ਨਾਨਕ ਕਰਕੇ ਗੋਲੇ ਹਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਗਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਬਸ ਕਰੈ ਸਭੈ ਬਲ ਸਦਾ ਸੁਖ ਮਨ ਬਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ ਸਦਾ ਸੁਖ ਮਨ ਬਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ ਸੁਖ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ ਗੁਰ ਬਿਨ ਸੁਰਤ ਨ ਸਿਧ ਗੁਰੂ ਬਿਨ ਮੁਕਤ ਨ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸੁਪੁੰਨ ਅਗਨ ਕਟੈ ਸਭ ਤੇਰੇ ਗੁਰ ਕਰ ਸ਼ਬਦ ਸੁਪੁੰਨ ਅਗਨ ਕਟੈ ਸਭ ਤੇਰੇ ਤੇਰੇ ਕਵਨ ਕਵਨ ਗੁਣ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੂੰ ਤੂੰ ਠਾਕੁਰ ਊਚ ਭਗਵਾਨਾ ਤੁਮਰੀ ਮਹਿਮਾ ਬਰਨ ਨਾ ਸਕੂੰ ਤੂੰ ਠਾਕੁਰ ਊਚ ਭਗਵਾਨਾ ਜੁਗੋ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਗਰੀਬ ਨਵਾਜ ਸਤਿਗੁਰੂ ਭਗਤ ਵਚਲ ਪਤਿਤ ਪਾਵਨ ਕਰੁਣਾ ਨਿਦਾਨ ਉਪਮਾ ਮਹਾਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਅੰਮ੍ਰਿਤਮਈ ਸੁਭਾਗੀ ਹਜ਼ੂਰੀ ਵਿਖੇ ਜੁੜ ਬੈਠੀ ਸਨਮਾਨ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਰਹਿਮਤਾਂ ਔਰ ਬਖਸ਼ਿਸ਼ਾਂ ਕੀਤੀਆਂ ਹਨ। ਸਾਨੂੰ ਆਪਣੇ ਪਾਵਨ ਦਰਬਾਰ ਦੀ ਪਾਵਨ ਹਜ਼ੂਰੀ ਦੀ ਪਾਵਨ ਗੋਦ ਦੀ ਦਾਤ ਬਖਸ਼ੀ ਹੈ ਔਰ ਗੁਰੂ ਕੇ ਪਾਵਨ ਪਵਿੱਤਰ ਦਰਬਾਰ ਵਿਖੇ ਜੁੜ ਮਿਲ ਬੈਠ
ਪਾਵਨ ਬਾਣੀ ਦੇ ਸ਼ਬਦ ਕੀਰਤਨ ਦਾ ਰਸ ਔਰ ਆਨੰਦ ਆਪ ਜੀ ਮਾਣ ਰਹੇ ਸੀ। ਕੀਰਤਨ ਨਿਰਮੋਲ ਹੀਰਾ, ਆਨੰਦ ਗੁਣੀ ਗਹੀਰਾ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਕੀਰਤਨ ਅਜੋਕੇ ਸਮੇਂ 'ਚ ਭਗਤੀ ਦਾ, ਸਿਮਰਨ ਦਾ, ਬੰਦਗੀ ਦਾ ਸਿਰਮੌਰ ਸਾਧਨ ਹੈ, ਸਿਰਮੌਰ ਤਰੀਕਾ ਹੈ। ਔਰ ਇਹ ਬੰਦਗੀ ਧਿਆਨ ਜੋੜ ਕੇ, ਸੁਰਤ ਜੋੜ ਕੇ, ਮਨ ਜੋੜ ਕੇ ਕਰਨੀ ਹੈ। ਸੋ ਪਾਵਨ ਬਾਣੀ ਦੇ ਕੀਰਤਨ ਆਪ ਜੀ ਨੇ ਸ਼ਰਵਣ ਕੀਤੇ ਹਨ। ਉਪਰੰਤ ਆਓ ਗੁਰੂ ਕੀਆਂ ਵਿਚਾਰਾਂ ਦੀ, ਗੁਰਬਾਣੀ ਵਿਚਾਰ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਅਦਬ ਸਤਿਕਾਰ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਜੇ ਪਾਤਸ਼ਾਹ ਜੀ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਅੱਜ ਦੇ ਦਿਨ ਗੁਰੂ ਨਾਨਕ ਜੀ ਦੇ ਘਰ ਦੀਆਂ ਸਮੁੱਚੀਆਂ ਰਹਿਮਤਾਂ, ਬਖਸ਼ਿਸ਼ਾਂ ਭਾਈ ਲਹਿਣੇ ਦੀ ਝੋਲੀ 'ਚ ਪਈਆਂ ਔਰ ਗੁਰੂ ਨਾਨਕ ਜੀ ਵੱਲੋਂ ਸਾਜਣ ਤੇ ਨਿਵਾਜਣ ਉਪਰੰਤ ਲਹਿਣਾ ਗੁਰੂ ਨਾਨਕ ਰੂਪ ਬਣ ਗਿਆ, ਗੁਰੂ ਅੰਗਦ ਬਣ ਗਿਆ। ਅੱਜ ਉਹਨਾਂ ਨੂੰ ਆਪਾਂ ਅਦਬ ਦੇ ਨਾਲ, ਸਤਿਕਾਰ ਦੇ ਨਾਲ ਕਹਿੰਦੇ ਹਾਂ ਧੰਨ 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 ਗੁਰੂ ਅੰਗਦ ਦੇਵ ਜੀ ਮਹਾਰਾਜ। ਹੁਣ ਇਹ ਇੱਕ ਸਫ਼ਰ ਹੈ, ਜਿਹੜੇ ਸਫ਼ਰ 'ਤੇ ਚੱਲਦਿਆਂ ਹੋਇਆਂ ਭਾਈ ਲਹਿਣੇ ਨੇ ਮੰਜ਼ਿਲ ਨੂੰ ਪ੍ਰਾਪਤ ਕੀਤਾ ਹੈ ਔਰ ਉਹਨਾਂ ਦਾ ਜੀਵਨ ਫਿਰ ਸਮੁੱਚੀ ਸਿੱਖ ਸੰਗਤ ਦੇ ਲਈ ਇੱਕ ਪ੍ਰੇਰਣਾ ਸਰੋਤ, ਇੱਕ ਰੋਲ ਮਾਡਲ ਬਣਿਆ ਕਿ ਗੁਰੂ ਨਾਨਕ ਦੇ ਘਰ ਦਾ ਵਿਹਾਰ ਕਿੰਨਾ ਖੁੱਲ੍ਹਾ ਹੈ, ਕਿੰਨੀ ਵਿਸ਼ਾਲਤਾ ਹੈ ਇਸ ਘਰ ਅੰਦਰ, ਇਸ ਦਰਬਾਰ ਅੰਦਰ। ਇੱਥੇ ਜਿਹੜੀ ਗੱਦੀ ਹੈ, ਜਿਹੜੀ ਵਡਿਆਈ ਹੈ, ਉਹ ਪਿਤਾ ਪੁਰਖੀ ਨਹੀਂ ਹੈ। ਇੱਥੇ ਯੋਗਤਾ ਵੇਖ ਕੇ ਵਡਿਆਈ ਦਿੱਤੀ ਜਾਂਦੀ ਹੈ ਔਰ ਜਿਹੜਾ ਵਡਿਆਈ ਦੇ ਯੋਗ ਹੈ, ਤਖਤ ਦੇ ਯੋਗ ਹੈ, ਉਹ ਭਾਵੇਂ ਪੁੱਤਰਾਂ 'ਚੋਂ ਹੋਵੇ, ਭਾਵੇਂ ਸਿੱਖਾਂ 'ਚੋਂ ਹੋਵੇ, ਉਹਨੂੰ ਗੁਰੂ ਨਾਨਕ ਦੇ ਘਰ ਤੋਂ ਵਡਿਆਈ ਮਿਲਦੀ ਹੈ। ਤਖਤ ਬਹਿ ਤਖਤ ਹੈ ਕੀ ਲਾਇਕ। ਇਹ ਜਿਹੜਾ ਮਹੀਨਾ ਚੱਲ ਰਿਹਾ ਹੈ, ਖਾਸ ਤੌਰ 'ਤੇ ਭਾਦੋਂ ਦਾ ਮਹੀਨਾ, ਇਸ ਮਹੀਨੇ ਅੰਦਰ ਵੇਖੋ 3 ਗੁਰੂ ਸਾਹਿਬਾਨਾਂ ਦੇ ਗੁਰਗੱਦੀ ਦਿਹਾੜੇ ਆਏ ਨੇ। 3 ਗੁਰੂ ਸਾਹਿਬਾਨਾਂ ਦੇ ਜੋਤੀ ਜੋਤ ਸਮਾਨ ਦਿਹਾੜੇ ਨੇ ਇਸ ਮਹੀਨੇ 'ਚ। ਪਿਛਲੇ ਦਿਨਾਂ 'ਚ ਆਪਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਗੁਰਗੱਦੀ ਤਖਤ 'ਤੇ ਸੁਭਾਏਮਾਨ ਹੋਣ ਦੇ ਦਿਹਾੜੇ, ਉਹਨਾਂ ਦੀਆਂ ਵਿਚਾਰਾਂ ਵੀ ਕੀਤੀਆਂ। ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਨ ਔਰ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਗੱਦੀ ਦੇ ਤਖਤ 'ਤੇ ਸੁਭਾਏਮਾਨ ਹੋਣ ਦਾ ਦਿਨ ਵੀ ਆਇਆ। ਇਸੇ ਤਰ੍ਹਾਂ ਅੱਜ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਗੁਰਗੱਦੀ ਦਿਹਾੜਾ ਹੈ ਔਰ ਅਗਲੇ ਦਿਨਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਆਵੇਗਾ। ਔਰ ਜਿਵੇਂ ਗੁਰੂ ਅਮਰਦਾਸ ਮਹਾਰਾਜ ਗੁਰੂ ਨਾਨਕ ਦੇ ਘਰ ਦਰਬਾਰ 'ਚ ਆਉਣ ਤੋਂ ਪਹਿਲਾਂ ਕਰੀਬਨ 62 ਵਰੇ ਹਿੰਦੂ ਧਰਮ ਕਰਮ ਕਰਦੇ ਰਹੇ, ਤੀਰਥ ਯਾਤਰਾ 'ਤੇ ਜਾਂਦੇ ਰਹੇ। ਇਸੇ ਤਰ੍ਹਾਂ ਭਾਈ ਲਹਿਣੇ ਦੇ ਜੀਵਨ ਪਿਛੋਕੜ ਨੂੰ ਜਦੋਂ ਆਪਾਂ ਵੇਖਦੇ ਹਾਂ ਤੇ ਭਾਈ ਸਾਹਿਬ ਲਹਿਣਾ ਜੀ ਗੁਰੂ ਘਰ ਆਉਣ ਤੋਂ ਪਹਿਲਾਂ ਦੇਵੀ ਦੇ ਉਪਾਸ਼ਕ ਸਨ, ਦੇਵੀ ਦੀ ਪੂਜਾ ਕਰਦੇ ਸਨ ਔਰ ਫਿਰ ਜੀਵਨ ਅੰਦਰ ਪਲਟਾ ਆਇਆ। ਗੁਰਬਾਣੀ ਦੇ ਸ਼ਬਦ ਉਹਨਾਂ ਨੇ ਸੁਣੇ, ਸਿੱਖ ਦੇ ਜੀਵਨ ਨੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਔਰ ਗੁਰੂ ਨਾਨਕ ਜੀ ਦੇ ਦਰਬਾਰ ਪਹੁੰਚੇ, ਗੁਰੂ ਨਾਨਕ ਸਾਹਿਬ ਦੇ ਘਰ ਪਹੁੰਚੇ। ਕਰੀਬਨ 7 ਸਾਲ ਉਹਨਾਂ ਨੇ ਸੇਵਾ ਕੀਤੀ ਹੈ, ਇੱਕ ਮਨ ਇੱਕ ਚਿੱਤ ਹੋ ਕੇ।
ਗੱਲ ਗਿਣਤੀ ਮਿਣਤੀ ਦੀ ਨਹੀਂ ਹੈ, 7 ਵਰਿਆਂ ਦੀ ਜਾਂ ਅਮਰਦਾਸ ਗੁਰੂ ਅਮਰਦਾਸ ਸਾਹਿਬ ਦੇ 12 ਸਾਲਾਂ ਦਾ ਵੀ ਹੈ। ਗੱਲ ਸਾਲਾਂ ਵਰਿਆਂ ਦੀ ਨਹੀਂ ਹੁੰਦੀ, ਗੱਲ ਭਾਵਨਾ ਤੇ ਪਿਆਰ ਦੀ ਹੈ। ਗੱਲ ਗੁਰੂ ਨੂੰ ਸਮਰਪਿਤ ਹੋ ਜਾਣ ਦੀ ਹੈ, ਗੱਲ ਗੁਰੂ ਅੱਗੇ ਕੁਰਬਾਨ ਹੋਣ ਦੀ ਹੈ। ਉਹ ਭਾਈ ਲਹਿਣਾ ਗੁਰੂ ਨਾਨਕ ਜੀ ਨੂੰ ਕੁਰਬਾਨ ਹੋ ਗਏ, ਸਤਿਗੁਰਾਂ ਦੇ ਦਰ ਤੇ ਆਏ। ਬਸ ਫਿਰ ਇੱਕ ਵਾਰ ਗੁਰੂ ਕੇ ਚਰਨਾਂ 'ਚ ਸੀਸ ਝੁਕਾਇਆ ਤੇ ਫਿਰ ਉਹਨਾਂ ਨੇ ਸਿਰ ਗੁਰੂ ਦੇ ਚਰਨਾਂ 'ਚੋਂ ਚੁੱਕਿਆ ਨਹੀਂ। ਮਨ ਗੁਰੂ ਨੂੰ ਭੇਟ ਕੀਤਾ, ਫਿਰ ਮਨ ਗੁਰੂ ਦੇ ਚਰਨਾਂ 'ਚ ਹੀ ਛੱਡ ਦਿੱਤਾ। ਫਿਰ ਕਦੇ ਆਪਣੇ ਮਨ ਦੀ ਮਰਜ਼ੀ ਨਹੀਂ ਕੀਤੀ ਕਿ ਮੇਰਾ ਮਨ ਕੀ ਕਹਿੰਦਾ ਹੈ। ਫਿਰ ਤੇ ਉਹਨਾਂ ਨੇ ਉਹ ਕਰਮ ਕੀਤੇ ਕਿ ਮੇਰਾ ਗੁਰੂ ਕੀ ਕਹਿ ਰਿਹਾ, ਮੇਰੇ ਗੁਰੂ ਦਾ ਹੁਕਮ ਕੀ ਹੈ। ਰਾਤ ਠੰਡ ਦਾ ਸਮਾਂ ਹੋਵੇ, ਮੀਂਹ ਪੈਂਦਾ ਪਿਆ ਹੋਵੇ ਤੇ ਕੁਦਰਤੀ ਹੈ ਆਪਣਾ ਮਨ ਤੇ ਆਲਸੀ ਹੋ ਜਾਂਦਾ। ਹੁਣ ਕੀ ਮੀਂਹ ਪੈਂਦੇ 'ਚ, ਸਿਆਲ 'ਚ, ਠੰਡ 'ਚ ਬਾਹਰ ਜਾਣਾ, ਕੰਮ ਜੇ ਕੋਈ ਹੈ ਵੀ ਆ ਸਵੇਰੇ ਕਰ ਲਵਾਂਗੇ, ਮੀਂਹ ਹਟਣ ਤੇ ਕਰ ਲਵਾਂਗੇ। ਹੁਣ ਧਰਮਸ਼ਾਲਾ ਦੀ ਕੰਧ ਡਿੱਗ ਪਈ ਆ। ਗੁਰੂ ਨਾਨਕ ਮਹਾਰਾਜ ਅਸਲ ਦੇ ਵਿੱਚ ਗੱਲ ਕੰਧ ਬਣਾਉਣ ਨਾ ਬਣਾਉਣ ਦੀ ਨਹੀਂ ਸੀ, ਗੱਲ ਪਰਖਣ ਦੀ ਸੀ ਕਿ ਕਿੰਨੀ ਦ੍ਰਿੜਤਾ ਹੈ ਗੁਰੂ ਦੇ ਬਚਨਾਂ ਨੂੰ ਮੰਨਣ ਪ੍ਰਤੀ, ਕਿੰਨੀ ਦ੍ਰਿੜਤਾ ਹੈ। ਗੁਰੂ ਸਿੱਖ ਨੂੰ ਪਰਖਦੇ ਹਨ, ਸਮੇਂ ਸਮੇਂ ਤੇ ਪਰਖਦੇ ਹਨ, ਤੇ ਜਿਹੜਾ ਗੁਰੂ ਦੀ ਪ੍ਰੀਖਿਆ 'ਚੋਂ ਐਨ ਪੂਰਾ ਤੇ ਖਰਾ ਉਤਰਦਾ ਹੈ ਉਹਨੂੰ ਫਿਰ ਗੁਰੂ ਬੜਾ ਮਾਣ ਵੀ ਦਿੰਦੇ, ਸਨਮਾਨ ਵੀ ਦਿੰਦੇ ਹਨ। ਪਰ ਹੈ ਇਹ ਗੱਲ ਕੋਈ ਸੌਖੀ ਨਹੀਂ ਹੈ। ਕਹਿ ਲੈਣਾ, ਸੁਣ ਲੈਣਾ ਬੜਾ ਸੌਖਾ ਹੈ, ਪਰ ਤਨ ਤੇ ਹੰਡਾਉਣਾ ਬੜਾ ਔਖਾ ਹੈ, ਬਹੁਤ ਔਖਾ ਹੈ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ। ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਇਹ ਕਸੌਟੀ, ਇਹ ਪਰਖ ਤੋਂ ਪੂਰਾ ਉਤਰਨ ਦੇ ਲਈ ਬੜਾ ਵੱਡਾ ਜਿਗਰਾ ਕਰਨ ਦੀ ਲੋੜ ਹੈ। ਮਹਾਰਾਜ ਕਹਿਣ ਲੱਗੇ ਜਾਓ ਧਰਮਸ਼ਾਲਾ ਦੀ ਕੰਧ ਹੀ ਬਣਾ ਦੇਵੋ। ਪਹਿਲਾਂ ਕਹਿੰਦੇ ਹਨ ਪੁੱਤਰਾਂ ਨੂੰ, ਹੋਰ ਸਿੱਖਾਂ ਨੂੰ ਵੀ ਕਿਹਾ, ਉਹਨਾਂ ਨੇ ਗੱਲ ਟਾਲ ਦਿੱਤੀ। ਜੀ ਕੀ ਹੋ ਗਿਆ, ਇੱਥੇ ਕਿਹੜਾ ਕੋਈ ਚੋਰ ਆਉਂਦੇ ਪਏ ਨੇ, ਸਵੇਰੇ ਬਣਾ ਲਵਾਂਗੇ, ਸਵੇਰੇ ਬਣਾ ਲਵਾਂਗੇ। ਪਰ ਭਾਈ ਲਹਿਣੇ ਨੂੰ ਜਦੋਂ ਗੁਰੂ ਨਾਨਕ ਮਹਾਰਾਜ ਨੇ ਕਿਹਾ, ਲਹਿਣਿਆ ਤੂੰ ਉੱਠ, ਤੂੰ ਕਰ ਇਹ ਸੇਵਾ। ਭਾਈ ਲਹਿਣੇ ਨੇ ਕੋਈ ਬਹਾਨਾ ਨਹੀਂ ਬਣਾਇਆ, ਕੋਈ ਨਾ ਨੁੱਕਰ ਨਹੀਂ ਕੀਤੀ। ਉਸੇ ਵਕਤ ਗੁਰੂ ਦਾ ਹੁਕਮ ਸਿਰ ਮੱਥੇ ਮੰਨਦਿਆਂ ਹੋਇਆਂ ਤੇ ਹੁਕਮ ਨੂੰ ਪੂਰੀਆਂ ਕਰਨ ਵਾਲੇ ਪਾਸੇ ਤੁਰ ਪਏ ਹਨ। ਆਪਣਾ ਮਨ ਤਾਂ ਭਾਵੇਂ ਕਹਿੰਦਾ ਹੋਵੇ ਕਿ ਕੀ ਹੈ ਸਵੇਰੇ ਕੰਮ ਹੋ ਜਾਏਗਾ, ਪਰ ਉਹ ਹੁਣ ਮਨ ਲਹਿਣੇ ਦੇ ਕੋਲ ਹੈ ਹੀ ਨਹੀਂ ਸੀ ਜਿਹੜਾ ਮਨ ਆਪਣੀ ਵੱਖਰੀ ਸੋਚ ਸੋਚਦਾ। ਮਨ ਤਾਂ ਭਾਈ ਲਹਿਣੇ ਨੇ ਗੁਰੂ ਨਾਨਕ ਨੂੰ ਪਹਿਲੇ ਦਿਨ ਹੀ ਭੇਟ ਕਰ ਦਿੱਤਾ। ਹੁਣ ਲੈਣਾ ਆਪਣੇ ਮਨ ਦੀ ਨਹੀਂ ਕਰਦਾ, ਲੈਣਾ ਗੁਰੂ ਨਾਨਕ ਦੀ ਮਰਜ਼ੀ ਕਰਦਾ ਹੈ, ਗੁਰੂ ਨਾਨਕ ਦੀ ਮਰਜ਼ੀ ਮੁਤਾਬਕ ਚੱਲਦਾ ਹੈ। ਬੜੇ ਸੋਹਣੇ ਸਾਫ ਕੱਪੜੇ ਪਾਏ ਭਾਈ ਲਹਿਣੇ ਨੇ ਤੇ ਖੰਡੂਰ ਸਾਹਿਬ ਤੋਂ ਗਏ ਸਨ ਕਰਤਾਰਪੁਰ ਸਾਹਿਬ ਪਰਿਵਾਰ ਨੂੰ ਮਿਲਣ ਦੇ ਲਈ, ਜਾਂ ਘਰ ਪਰਿਵਾਰ ਦੇ ਕੁਝ ਰੁਝੇਵੇਂ ਸਨ। ਗੁਰੂ ਸਾਹਿਬ ਨੇ ਹੁਕਮ ਕੀਤਾ ਜਾਓ। ਲਹਿਣਾ ਜੀ ਆਏ ਖੰਡੂਰ ਸਾਹਿਬ। ਫਿਰ ਵਾਪਸ ਜਦੋਂ ਗਏ, ਘਰ ਪਹੁੰਚੇ, ਮਾਤਾ ਸੁਲੱਖਣੀ ਜੀ ਨੂੰ ਮਿਲੇ, ਨਮਸਕਾਰ ਕੀਤੀ, ਚਰਨਾਂ 'ਚ ਸਿਜਦਾ ਕੀਤਾ, ਪੁੱਛਿਆ ਗੁਰੂ ਨਾਨਕ ਸਾਹਿਬ ਕਿੱਥੇ ਨੇ। ਮਾਤਾ ਜੀ ਕਹਿਣ ਲੱਗੇ ਉਹ ਤੇ ਸਿੱਖਾਂ ਸਮੇਤ ਗਏ ਨੇ ਖੇਤਾਂ 'ਚ। ਭਾਈ ਲਹਿਣਾ ਵੀ ਚਲੇ ਗਏ ਖੇਤਾਂ ਵਾਲੇ ਪਾਸੇ। ਹੁਣ ਜਦੋਂ ਭਾਈ ਲਹਿਣਾ ਖੇਤਾਂ 'ਚ ਗਏ, ਗੁਰੂ ਨਾਨਕ ਮਹਾਰਾਜ ਨਦੀਨ ਕਢਵਾਉਂਦੇ ਪਏ ਸਨ ਜੀਰੀ 'ਚੋਂ, ਝੋਨੇ 'ਚੋਂ। ਝੋਨੇ ਦੇ ਚਾਵਲਾਂ ਦੇ ਜਿਹੜੇ ਬੂਟੇ, ਉਹਦੇ ਨਾਲ ਕਈ ਤਰ੍ਹਾਂ ਦੇ ਹੋਰ ਐਵੇਂ ਘਾਹ ਆਦਿਕ ਉੱਗ ਪੈਂਦਾ ਹੈ, ਔਰ ਆਪਾਂ ਜ਼ਿਮੀਦਾਰ ਲੋਕ ਜਾਣਦੇ। ਫਿਰ ਉਹਨੂੰ ਨਦੀਨ ਕਿਹਾ ਜਾਂਦਾ ਹੈ ਤੇ ਉਹ ਖੇਤਾਂ 'ਚੋਂ ਪੁੱਟ ਪੁੱਟ ਕੇ ਬਾਹਰ ਸੁੱਟਿਆ ਜਾਂਦਾ ਹੈ। ਹੁਣ ਭਾਈ ਲਹਿਣਾ ਜਦੋਂ ਉੱਥੇ ਪਹੁੰਚੇ ਤੇ ਸਤਿਗੁਰੂ ਇੱਦਾਂ ਫਿਰ ਉਹ ਕਰਵਾ ਰਹੇ ਸਨ ਕਿਸਾਨੀ ਖੇਤੀ ਸੇਵਾ, ਤੇ ਉਹ ਜਿਹੜਾ ਘਾਹ ਚਿੱਕੜ ਆਦਿਕ ਦੇ ਨਾਲ ਭਰਿਆ ਸੀ ਉਹ ਇੱਕ ਪੰਡ ਦੇ ਵਿੱਚ ਬੰਨਿਆ। ਓਨੀ ਦੇਰ ਨੂੰ ਭਾਈ ਲਹਿਣਾ ਪਹੁੰਚ ਗਏ, ਨਮਸਕਾਰ ਕੀਤੀ, ਸਤਿਗੁਰਾਂ ਕਿਹਾ ਆ ਲੈਣਿਆ ਬੁਲਾਇਆ, ਤੇ ਉਹ ਚਿੱਕੜ ਜਿਹਦੇ 'ਚੋਂ ਮਿੱਟੀ ਪਾਣੀ ਗਾਰਾ ਚੋਂਦਾ ਪਿਆ ਸੀ, ਮਹਾਰਾਜ ਨੇ ਉਹ ਪੰਡ ਚੁੱਕੀ ਤੇ ਭਾਈ ਲਹਿਣੇ ਦੇ ਸਿਰ ਤੇ ਰੱਖ ਦਿੱਤੀ, ਚੁਕਾ ਦਿੱਤੀ, ਦੱਸ ਦਿੱਤਾ ਫਲਾਣੀ ਜਗ੍ਹਾ ਤੇ ਇਹ ਪੰਡ ਸੁੱਟ ਆਵੋ।
ਹੁਣ ਭਾਈ ਲਹਿਣੇ ਨੇ ਕੋਈ ਇਨਕਾਰ ਨਹੀਂ ਕੀਤਾ। ਬੜੇ ਸੋਹਣੇ ਸਾਫ਼ ਕੱਪੜੇ ਪਹਿਨੇ ਸਨ। ਬਾਕੀ ਸਿੱਖਾਂ ਨੂੰ ਤੇ ਪਤਾ ਸੀ ਖੇਤਾਂ 'ਚ ਕਿਰਤ ਕਰਨੀ ਹੈ, ਖੇਤਾਂ 'ਚ ਜਾਣਾ ਹੈ, ਘਾਹ ਆਦਿਕ ਪੁੱਟਣਾ ਹੈ। ਉਹਨਾਂ ਨੇ ਫਿਰ ਉੱਦਾਂ ਦੇ ਕੱਪੜੇ ਪਹਿਨੇ ਸਨ ਜਿੱਦਾਂ ਦੇ ਮਜ਼ਦੂਰੀ ਖੇਤੀ ਕਰਦਿਆਂ ਕੱਪੜੇ ਪਹਿਨੇ ਜਾਂਦੇ ਨੇ। ਪਰ ਭਾਈ ਲਹਿਣਾ ਕਿਉਂਕਿ ਘਰ ਤੋਂ ਆਏ ਸਨ ਖਡੂਰ ਸਾਹਿਬ ਤੋਂ ਕਰਤਾਰਪੁਰ, ਉਹਨਾਂ ਦੇ ਕੱਪੜੇ ਬੜੇ ਸਾਫ਼ ਨਵੇਂ। ਮਹਾਰਾਜ ਨੇ ਪੰਡ ਚੁਕਾਈ, ਲਹਿਣੇ ਨੇ ਪੰਡ ਚੁੱਕ ਲਈ, ਕੱਪੜੇ ਚਿੱਕੜ ਦੇ ਨਾਲ ਲਿਬੜ ਗਏ। ਭਾਈ ਲਹਿਣੇ ਕੋਈ ਕਿਸੇ ਤਰ੍ਹਾਂ ਦਾ ਬੋਲ ਨਹੀਂ ਬੋਲਿਆ। ਪਰ ਮਾਤਾ ਸੁਲੱਖਣੀ ਨੇ ਜਦੋਂ ਵੇਖਿਆ, ਗੁਰੂ ਨਾਨਕ ਮਹਾਰਾਜ ਜੀ ਦੇ ਪਤਨੀ ਕਹਿਣ ਲੱਗੇ ਕਿ ਇੰਨੇ ਸਿੱਖ ਸਨ, ਪਾਂਡੀ ਚੁਕਾਉਣੀ ਸੀ ਗੁਰੂ ਬਾਬਾ ਜੀ ਤੇ ਕਿਸੇ ਹੋਰ ਦੇ ਸਿਰ ਤੇ ਰੱਖ ਦਿੰਦੇ, ਕਿਹੜਾ ਕਿਸੇ ਨੇ ਇਨਕਾਰ ਕਰਨਾ ਸੀ। ਵੇਖੋ ਲਹਿਣੇ ਨੇ ਕੱਪੜੇ ਨਵੇਂ ਪਹਿਨੇ ਸਨ, ਪੰਡ ਚੁੱਕਣ ਕਰਕੇ ਸਾਰੇ ਕੱਪੜੇ ਚਿੱਕੜ ਦੇ ਨਾਲ, ਮਿੱਟੀ ਦੇ ਨਾਲ, ਗਾਰੇ ਦੇ ਨਾਲ ਭਰ ਗਏ ਹਨ। ਤੇ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਇਹਦਾ ਨਾ ਸਮਝੋ ਕਿ ਇਹਨਾਂ ਦੇ ਕੱਪੜਿਆਂ ਤੇ ਮਿੱਟੀ ਚਿੱਕੜ ਜਾਂ ਗਾਰਾ ਪਿਆ ਹੈ, ਇਹ ਸਮਝੋ ਕਿ ਇਹਨਾਂ ਦੇ ਕੱਪੜਿਆਂ ਤੇ ਕੇਸਰ ਦੇ ਛਿੱਟੇ ਪਏ ਹੋਏ ਹਨ। ਹੁਣ ਗੱਲ ਭਾਈ ਲਹਿਣੇ ਦੀ ਆਪਾਂ ਕਰ ਰਹੇ ਸਾਂ ਕਿ ਉਹਨਾਂ ਨੇ ਇਨਕਾਰ ਨਹੀਂ ਕੀਤਾ ਕਿ ਮਹਾਰਾਜ ਮੇਰੇ ਕੱਪੜੇ ਖਰਾਬ ਹੋ ਜਾਣਗੇ, ਮੈਂ ਕੱਪੜੇ ਬਦਲਾਵਾਂ ਫਿਰ ਸੇਵਾ। ਜਿੱਥੇ ਗੁਰੂ ਨੇ ਹੁਕਮ ਕੀਤਾ, ਲਹਿਣੇ ਨੇ ਤੁਰੰਤ ਗੁਰੂ ਦੇ ਹੁਕਮ ਨੂੰ ਉੱਥੇ ਸੱਤ ਕਰਕੇ ਮੰਨਿਆ। ਯੋਗਤਾ ਵੀ ਹੈ, ਰੱਬੀ ਰਹਿਮਤ ਵੀ ਹੈ, ਸੇਵਾ ਭਾਵਨਾ ਵੀ ਹੈ, ਸਾਰੀਆਂ ਚੀਜ਼ਾਂ ਇਕੱਠੀਆਂ ਨੇ ਭਾਈ ਲਹਿਣੇ ਦੇ ਅੰਦਰ। ਤੇ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਵਡਿਆਈਆਂ ਬਖਸ਼ ਦਿੱਤੀਆਂ। ਜਾਂ ਸਿਦੋਸ ਤਾਂ ਲਹਿਣਾ ਟਿਕਿਓਨ। ਕਹਿਣ ਲੱਗੇ ਸਾਡੇ ਤੋਂ ਬਾਅਦ ਇਹ ਗੱਦੀ, ਇਹ ਸੇਵਾ ਭਾਈ ਲਹਿਣਾ ਸੰਭਾਲਣਗੇ। ਐਲਾਨ ਕਰ ਦਿੱਤਾ। ਜੋ ਸਮੁੱਚੀ ਰਸਮ ਸੀ ਉਹ ਨਿਭਾਈ। ਤੇ ਇਤਿਹਾਸ ਅੰਦਰ ਇਹ ਵੀ ਲਿਖਿਆ ਮਿਲਦਾ ਹੈ, ਬਾਬਾ ਸ਼੍ਰੀ ਚੰਦ, ਬਾਬਾ ਲక్ష్ਮੀ ਦਾਸ, ਵੇਖੋ ਉਹ ਵੀ ਗੁਰੂ ਕੇ ਪੁੱਤਰ ਹਨ। ਆਪਣੀ ਜਗ੍ਹਾ ਤੇ ਉਹ ਵੀ ਸਾਡੇ ਲਈ ਸਤਿਕਾਰਯੋਗ ਹਨ। ਗੁਰੂ ਨਾਨਕ ਦੇ ਪੁੱਤਰਾਂ ਨੂੰ ਜਾਂ ਕਿਸੇ ਵੀ ਗੁਰੂ ਸਾਹਿਬਾਨ ਦੇ ਬੱਚਿਆਂ ਨੂੰ ਮਾੜਾ ਅਸੀਂ ਨਹੀਂ ਕਹਿ ਸਕਦੇ ਹਾਂ, ਕਿਉਂਕਿ ਗੁਰੂ ਕੇ ਪੁੱਤਰ ਹਨ। ਭਾਈ ਲਹਿਣੇ ਬਾਬਾ ਸ਼੍ਰੀ ਚੰਦ ਨੇ, ਬਾਬਾ ਲక్ష్ਮੀ ਦਾਸ ਨੇ ਕਿਹਾ, ਮਹਾਰਾਜ ਗੁਰੂ ਨਾਨਕ ਸਾਹਿਬ ਠੀਕ ਹੈ, ਤੁਸੀਂ ਵਡਿਆਈ ਦਿੱਤੀ, ਤੁਹਾਡੀ ਜੋ ਰਜਾ ਹੈ, ਪਰ ਸਾਨੂੰ ਤਾਂ ਦੱਸੋ ਸਾਡੇ 'ਚ ਘਾਟ ਕਿੱਥੇ ਰਹਿ ਗਈ, ਇਹ ਵਡਿਆਈ ਸਾਨੂੰ ਕਿਉਂ ਨਹੀਂ ਦਿੱਤੀ ਗਈ। ਉੱਥੇ ਬੜੇ ਪਿਆਰੇ ਉਹ ਇਤਿਹਾਸ ਦੇ ਬਚਨ ਹਨ ਕਿ ਭਾਈ ਬਾਬਾ ਬੁੱਢਾ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਤੁਸੀਂ ਇਹਨਾਂ ਨੂੰ ਦੱਸੋ ਫਰਕ ਕੀ ਹੈ। ਇੱਕ ਪੈਸਾ ਗੁਰੂ ਨਾਨਕ ਦੇ ਹੱਥ ਤੇ ਰੱਖਿਆ, ਬਾਬੇ ਸ਼੍ਰੀ ਚੰਦ ਨੂੰ ਪੁੱਛਿਆ, ਕਹਿਣ ਲੱਗੇ ਕੀ ਹੈ ਗੁਰੂ ਨਾਨਕ ਜੀ ਦੇ ਹੱਥ। ਉਹਨਾਂ ਕਿਹਾ ਇੱਕ ਪੈਸਾ। ਦੂਜੇ ਪੁੱਤਰ ਨੂੰ ਪੁੱਛਿਆ ਕੀ, ਉਹਨਾਂ ਵੀ ਕਹਿ ਦਿੱਤਾ ਇੱਕ ਪੈਸਾ। ਪਰ ਭਾਈ ਲਹਿਣੇ ਨੂੰ ਜਦੋਂ ਪੁੱਛਿਆ ਤੇ ਭਾਈ ਲਹਿਣਾ ਜੀ ਕਹਿਣ ਲੱਗੇ ਜੀ ਕੁੱਲ ਦੁਨੀਆ ਦੀ ਵਡਿਆਈ ਹੀ ਗੁਰੂ ਨਾਨਕ ਦੇ ਹੱਥ, ਸਾਰਾ ਕੁਝ ਗੁਰੂ ਨਾਨਕ ਦੇ ਹੱਥ ਹੈ, ਕੋਈ ਇੱਦਾਂ ਦੀ ਚੀਜ਼ ਹੈ ਹੀ ਨਹੀਂ ਹੈ ਜਿਹੜੀ ਗੁਰੂ ਨਾਨਕ ਜੀ ਦੇ ਹੱਥੋਂ ਬਾਹਰ ਹੋ। ਮਹਾਰਾਜ ਕਹਿਣ ਲੱਗੇ ਬਸ ਇਹੀ ਭਾਵਨਾ ਤੇ ਸੋਚ ਦਾ ਫਰਕ। ਸਿੱਖ ਸਾਰੇ ਹੀ ਸਿੱਖ ਹਨ, ਗੁਰੂ ਨਾਨਕ ਨੂੰ ਸਾਰੇ ਹੀ ਸਿੱਖ ਪਿਆਰੇ ਹਨ, ਪਰ ਲਹਿਣੇ ਵਰਗਾ ਕੋਈ ਵਿਰਲਾ ਹੀ ਹੁੰਦਾ ਹੈ ਜਿਹਨੂੰ ਗੁਰੂ ਨਾਨਕ ਕਹਿੰਦੇ ਆ ਮੇਰੇ ਵਾਲੀ ਥਾਂ ਤੇ ਬਹਿ, ਜਿਹਨੂੰ ਗੁਰੂ ਨਾਨਕ ਕਹਿੰਦੇ ਮੈਂ ਤੇਰੇ ਅੱਗੇ ਨਮਸਕਾਰ ਕਰਦਾ ਹਾਂ। ਵੇਖੋ ਗੁਰੂ ਨਾਨਕ ਮਹਾਰਾਜ ਨੂੰ ਆਪਣੇ ਅੱਗੇ ਝੁਕਾਉਣ ਦਾ ਕਿੰਨੇ ਯਤਨ ਨਹੀਂ ਕੀਤਾ। ਪੰਡਤਾਂ ਨੇ ਬੜੀਆਂ ਲੰਬੀਆਂ ਬਹਿਸਾਂ ਗੁਰੂ ਨਾਨਕ ਜੀ ਦੇ ਨਾਲ ਕੀਤੀਆਂ ਕਿ ਗੁਰੂ ਨਾਨਕ ਸਾਡੇ ਸਾਹਮਣੇ ਝੁਕ ਜਾਵੇ, ਹਾਰ ਜਾਵੇ, ਨਹੀਂ ਝੁਕਾ ਸਕੇ। ਸਿੱਧਾਂ ਜੋਗੀਆਂ ਨੇ ਬੜਾ ਯਤਨ ਕੀਤਾ, ਕਿਉਂਕਿ ਉਹਨਾਂ ਦੀ ਸੋਚ ਇਹ ਸੀ ਕਿ ਜੇ ਗੁਰੂ ਨਾਨਕ ਸਾਡੇ ਮੱਤ 'ਚ ਜੋਗ ਮੱਤ 'ਚ ਆਣ ਤੇ ਇਹ ਜੋਗ ਮੱਤ ਨੂੰ ਦੁਨੀਆ ਭਰ 'ਚ ਫੈਲਾ ਸਕਦੇ ਹਨ। ਉਹਨਾਂ ਵੀ ਬਹੁਤ ਲੰਬੇਰੀਆਂ ਚਰਚਾ ਕੀਤੀਆਂ, ਕਰਾਮਾਤਾਂ ਦੇ ਸਹਾਰੇ ਲਏ ਕਿ ਗੁਰੂ ਨਾਨਕ ਤੇ ਸਾਡਾ ਪ੍ਰਭਾਵ ਪਵੇ ਤੇ ਗੁਰੂ ਨਾਨਕ ਆਸ਼ ਕਰਦਿਆਂ ਤੇ ਸਾਡੇ ਅੱਗੇ ਝੁਕ ਜਾਣ, ਪਰ ਨਹੀਂ ਝੁਕਾ ਸਕੇ ਜੋਗੀ ਸਿੱਧ, ਬਲਕਿ ਉਹਨਾਂ ਨੂੰ ਝੁਕਣਾ ਪਿਆ। ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕ। ਇਸੇ ਤਰ੍ਹਾਂ ਹਾਜੀਆਂ ਕਾਜੀਆਂ ਪੀਰਾਂ ਫਕੀਰਾਂ ਬੜਿਆਂ ਨੇ ਯਤਨ ਕੀਤਾ, ਪਰ ਗੁਰੂ ਨਾਨਕ ਦਾ ਸਿਰ ਕਿਸੇ ਅੱਗੇ ਨਹੀਂ ਝੁਕਿਆ। ਪਰ ਇੱਕ ਦਿਨ ਅੱਜ ਦਾ ਐਸਾ ਦਿਨ ਆਇਆ ਜਦੋਂ ਗੁਰੂ ਨਾਨਕ ਦਾ ਸਿਰ ਵੀ ਝੁਕ ਗਿਆ, ਤੇ ਉਹ ਸਿਰ ਝੁਕਿਆ ਕਿਹਦੇ ਅੱਗੇ? ਭਾਈ ਲਹਿਣੇ ਦੀ ਕਮਾਈ ਅੱਗੇ, ਕਿਸੇ ਸਰੀਰ ਅੱਗੇ ਨਹੀਂ,
कमाई अगे भाई लैणे दी, कमाई अगे घालना, अगे सेवा अगे गुरु नानक महाराज सच्चे पातशाह जी दा सिर झुकिया ते गुरु नानक ने लैणे नूं अपना रूप बना लिया। गुर अंग ते अमृत बिरख फल अमृत फलिया, ज्योति जोत जगायन दीवे तेजों दीवा बड़े। एक दीवे दे नाल एक दीवा होर बढ़ गया। धन गुरु अंगद देव महाराज गुरगद्दी दे तखत ते सुभाईमान होए। गुरु नानक दे घर दियां जिम्मेवारियां मिलियां। उन्हां ने फिर वो जिहड़ियां जिम्मेवारियां हन वो अगे निभाईयां हन खंडूर साहब विखे। खंडूर साहब विखे और खंडूर साहब वो बिल्कुल मुढ़ तो शुरुआत करते हैं, बिल्कुल आरंभ तो शुरुआत करते हैं। और गुरु नानक जी के घर का जो सिद्धांत है, जो विचारधारा है, उदा प्रचार प्रसार उन्होंने किया। गुरु नानक महाराज ने बाणी का खजाना उन्होंने दे दिता सी। तित महल जो शब्द हुआ सो पोथी गुर अंगद जोग मिली। अगे 63 श्लोक धन गुरु अंगद देव महाराज सच्चे पातशाह जी के उचारण किए हुए हैं। गुरु नानक जी वालों मिली हुई बाणी ते उन्होंने जिहड़ी आप बाणी उचारण की, उस बाणी दे राही अगे गुरमत दा सिੱਖੀ सिद्धांतां दा प्रचार ते प्रसार धन गुरु अंगद देव महाराज सच्चे पातशाह करते हैं। अज दे दिन उन्होंने करतारपुर साहिब की सुभागी पावन धरती ते गुरु नानक महाराज सच्चे पातशाह जी ने माण बख्शिया, वडियाई बख्शी, गुरगद्दी की दात बख्शी। 7 साल उन्होंने सेवा गुरु नानक महाराज जी की कीती है, हुक्म दे पाबंद रह के। और उन्होंने दे कुछ बचन सतगुरु जी एक थां कहते हैं कि जे सेवा करनी है फिर बद्दा चट्टी नहीं, फिर समर्पित हो के सेवा करो, नहीं तो ना करो। एवें झूठा विखावा ना करो। बद्दा चट्टी जो भरै ना गुण ना उपकार, सेती खुशी सवारी है नानक कार। जेड़ा काम खुशी खुशी किया जाए वो काम ते है उत्तम श्रेष्ठ। ते जेड़े काम दे विच साडा मन ही नहीं है, उखड़े हुए मन दे नाल कीता होया काम कई बार संपन्न भी नहीं हुंदा है ते बहुते काम विगाड़ भी देंदा। इस करके महाराज कहंदे खुशी दे नाल भावना दे नाल कारज करो। फिर उन्हां दे बचन हन नक नथ खसम हथ, किरत धक्के दे जहाँ दाने तहाँ खाने, नानका सच है। गुरु अंगद साहब का ही बचन है, जिस प्यारे स्यो ने तिस आगे मर चली है, त्रिग जीवन संसार ताकै पाछै जीवना। किसी ही कोई कोई मांझ निमाणी एक तू। महाराज कहते किसी का कोई सहारा हो सकता है, किसी की किसी ते टेक हो सकती है, पर साडी टेक केवल एक गुरु ते है, मालक ते है। किसी ही कोई कोई मांझ निमाणी एक तू, साडा सहारा निमाणिया दा सहारा केवल एक। सो गुरु रहमत करे। धन गुरु अंगद देव महाराज जी के जीवन तो सेवा भाव सीखीए, किवें गुरु नूं मन भेंट करके ते गुरु नूं समर्पित हो के जिउणा है। ये सारा कुछ गुरु अंगद देव महाराज जी के जीवन चों सानूं सिੱਖਿਆ सेध मिलती है। वो तो आपां सेध प्रेरणा लैके गुरु ਦੀਆਂ खुशियां लैणियां हन। लड़ीवार विचार दे नाल जुड़िए भगत कबीर साहब जी दे उचारण किए हुए पावन और पवित्र श्लोक विचार सहित आप जी रोजाना श्रवण करते हो। और 10 श्लोकां तक की विचार आप जी ने पिछले दीवाना च श्रवण की। अज 11 नंबर श्लोक च कबीर साहब फरमान करते चंदन की उदाहरण दे रहे ने। ये श्लोक आप पहला भी सैसकृति श्लोकां की विचार करदियां भी विचारिया सी। कबीर चंदन का बिरवा भला, बेड़ियो ढाक पलास। बिरवे का भाव है छोटा जिहा बूटा। चंदन का बूटा छोटा ही हुंदा है, कोई बहुत वड्डा बाकी दरख्तां की तरह नहीं हुंदा, छोटा है। और एक ढाक पलास नाम का दरख्त है, ਉਹਦੇ बड़े चौड़े चौड़े पत्ते हुंदे हन, थालियां जिड्डे। ते चंदन का बूटा वो ढाक पलास के बूटियां दे विच ही हुंदा है। ते ਉਹਦੇ ਵੱਡੇ ਵੱਡੇ पत्तियां टाहणियां दे विच कई बार लुकिया ही हुंदा है, दिसदा ही नहीं है। ढाक पलास के वड्डे बूटे दे विच ही लुकिया पिया है चंदन, है बड़ा छोटा है। हुण सामने नहीं दिसदा है, पर सामने ना दिसण दे बावजूद भी लुकिया भी नहीं रहिंदा है।
ਉਹ ਲੁਕਿਆ ਵੀ ਨਹੀਂ ਰਹਿੰਦਾ। ਕਾਰਨ ਕੀ ਹੈ? ਕਿਉਂਕਿ ਉਹਦੇ ਕੋਲ ਕੁਦਰਤ ਨੇ, ਕਾਦਰ ਨੇ ਉਹਨੂੰ ਬਾ ਕਮਾਲ ਗੁਣ ਬਖਸ਼ਿਆ ਹੋਇਆ ਹੈ, ਜਿਹੜਾ ਗੁਣ ਹੋਰ ਬਨਸਪਤੀ ਦੇ ਕਿਸੇ ਦੂਜੇ ਪੇੜ ਪੌਦੇ ਦੇ ਅੰਦਰ ਨਹੀਂ ਹੈ। ਸੁਗੰਧੀ ਵਾਲੇ ਹੋਰ ਵੀ ਪੌਦੇ ਮੌਜੂਦ ਹਨ, ਪਰ ਜਿਹੜਾ ਗੁਣ ਚੰਦਨ ਅੰਦਰ ਹੈ ਉਹ ਗੁਣ ਉਹਨਾਂ ਦੂਜਿਆਂ ਪੌਦਿਆਂ 'ਚ ਨਹੀਂ। ਸੁਗੰਧੀ ਤਾਂ ਕਮਲ ਦੇ ਫੁੱਲ ਜਾਂ ਹੋਰ ਫੁੱਲਾਂ ਦੇ ਵਿੱਚੋਂ ਵੀ ਤਰ੍ਹਾਂ ਤਰ੍ਹਾਂ ਦੀ, ਗੁਲਾਬ ਦੇ ਫੁੱਲ ਦੀ ਸੁਗੰਧੀ ਹੁੰਦੀ ਹੈ, ਪਰ ਉਹਦੀ ਸੁਗੰਧੀ ਕੇਵਲ ਉਹਦੇ ਤੱਕ ਸੀਮਤ ਹੈ, ਕਿਸੇ ਦੂਜੇ ਤੱਕ ਉਹ ਸੁਗੰਧੀ ਨਹੀਂ ਪਹੁੰਚਦੀ। ਪਰ ਚੰਦਨ ਦੀ ਜਿਹੜੀ ਸੁਗੰਧੀ ਹੈ ਕੇਵਲ ਚੰਦਨ ਤੱਕ ਸੀਮਤ ਨਹੀਂ ਹੈ, ਉਹ ਸੁਗੰਧੀ ਦੂਜਿਆਂ ਤੱਕ ਵੀ ਪਹੁੰਚਦੀ, ਉਹ ਦੂਜਿਆਂ ਨੂੰ ਵੀ ਸੁਗੰਧੀ ਭਰਪੂਰ ਕਰਦਾ ਹੈ। ਮਹਾਰਾਜ ਕਹਿੰਦੇ ਕਬੀਰ ਚੰਦਨ ਕਾ ਬਿਰਵਾ ਭਲਾ, ਛੋਟਾ ਜਿਹਾ ਬੂਟਾ ਹੈ ਚੰਦਨ ਦਾ, ਪਰ ਬੜਾ ਭਲਾ, ਬੜਾ ਚੰਗਾ ਹੈ। ਬੇੜਿਓ ਢਾਕ ਪਲਾਸ, ਢਾਕ ਪਲਾਸ ਦੇ ਪੱਤਿਆਂ 'ਚ ਢੱਕਿਆ ਪਿਆ ਹੈ, ਲੁਕਿਆ ਪਿਆ ਹੈ, ਓਲੇ ਹੈ। ਪਰ ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਕਈ ਵਾਰ ਇੱਕ ਤੇ ਹੁੰਦੇ ਹਨ ਜਿਹੜੇ ਚੰਦਨ ਦੇ ਬਹੁਤ ਚੰਗੀ ਤਰ੍ਹਾਂ ਜਾਣਕਾਰ ਹੁੰਦੇ, ਉਹ ਤੇ ਪਹੁੰਚ ਜਾਂਦੇ ਨੇ ਚੰਦਨ ਤੱਕ, ਤੇ ਜਿਹੜੇ ਚੰਦਨ ਦੇ ਚੰਗੀ ਤਰ੍ਹਾਂ ਜਾਣਕਾਰ ਨਾ ਹੋਣ ਉਹ ਕਈ ਵਾਰ ਢਾਕ ਪਲਾਸ ਦੇ ਬੂਟੇ ਨੂੰ ਹੀ ਕੱਟ ਲੈਂਦੇ ਨੇ, ਕਿਉਂਕਿ ਉਹ ਵੀ ਸੁਗੰਧੀ ਦੇ ਨਾਲ ਭਰ ਗਿਆ, ਤੇ ਸੋਚਦੇ ਨੇ ਕਿ ਸ਼ਾਇਦ ਇਹ ਹੀ ਚੰਦਨ ਹੈ। ਕਾਰਨ ਕੀ ਹੈ? ਚੰਦਨ ਨੇ ਆਪਣੇ ਵਾਲੀ ਸੁਗੰਧੀ ਉਹਨੂੰ ਦਿੱਤੀ ਤੇ ਉਹਨੂੰ ਵੀ ਸੁਗੰਧੀ ਭਰਪੂਰ ਕਰ ਦਿੱਤਾ। ਮਹਾਰਾਜ ਕਹਿੰਦੇ ਭਾਵੇਂ ਉਹ ਬੂਟਾ ਛੋਟਾ ਹੈ, ਭਾਵੇਂ ਉਹ ਬੂਟਾ ਪੱਤਿਆਂ ਥੱਲੇ ਢੱਕਿਆ ਪਿਆ ਹੈ, ਪਰ ਖੂਬੀ ਉਹਦੀ ਵੇਖੋ ਕਿੰਨੀ ਕਮਾਲ ਦੀ ਹੈ। ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਜਿਹੜੇ ਚੰਦਨ ਦੇ ਕੋਲ ਹੁੰਦੇ ਨੇ ਚੰਦਨ, ਉਹਨਾਂ ਨੂੰ ਵੀ ਆਪਣੇ ਵਰਗਾ ਖੁਸ਼ਬੂ ਭਰਪੂਰ, ਸੁਗੰਧੀ ਭਰਪੂਰ ਬਣਾ ਦਿੰਦਾ ਹੈ। ਤੇ ਇਹ ਹੈ ਗੁਰਮੁਖ ਦਾ ਜੀਵਨ। ਗੁਰਮੁਖ ਦਾ ਜੀਵਨ, ਰੱਬ ਦੇ ਨਾਲ ਜੁੜੇ ਹੋਏ ਦਾ ਜੀਵਨ। ਉਹ ਆਪ ਤਾਂ ਜੁੜਿਆ ਹੀ ਹੈ, ਉਹ ਆਪ ਤਾਂ ਰੱਬੀ ਰੰਗ ਦੇ ਵਿੱਚ ਰੰਗਿਆ ਹੀ ਪਿਆ ਹੈ, ਪਰ ਜਿਹੜਾ ਜਿਹੜਾ ਉਹਦੀ ਸੰਗਤ ਦੇ ਵਿੱਚ ਜੁੜਦਾ ਜਾਂਦਾ ਹੈ ਉਹ ਉਹਨੂੰ ਵੀ ਰੱਬੀ ਰੰਗ ਦੇ ਵਿੱਚ ਰੰਗਦਾ ਜਾਂਦਾ, ਉਹਨੂੰ ਵੀ ਪਰਮਾਤਮਾ ਦੇ ਰਾਹ 'ਤੇ ਤੋਰਦਾ ਜਾਂਦਾ ਹੈ। ਗੁਰਮੁਖ ਦੀ ਤੁਲਨਾ ਵੀ ਚੰਦਨ ਦੇ ਨਾਲ ਬਾਣੀ 'ਚ ਕੀਤੀ ਗਈ ਹੈ, ਔਰ ਗੁਰੂ ਦੀ ਤੁਲਨਾ ਵੀ ਬਾਣੀ 'ਚ ਚੰਦਨ ਦੇ ਨਾਲ ਕੀਤੀ ਗਈ ਹੈ। ਜਿਵੇਂ ਭਾਈ ਲਹਿਣਾ ਜਿਨ੍ਹਾਂ ਦਾ ਅੱਜ ਗੁਰਗੱਦੀ ਦਿਹਾੜਾ ਹੈ, ਗੁਰੂ ਨਾਨਕ ਮਹਾਰਾਜ ਨੇ ਰਹਿਮਤ ਕੀਤੀ, ਆਪਣੇ ਵਰਗਾ ਹੀ ਬਣਾ ਲਿਆ, ਕੋਈ ਫਰਕ ਨਹੀਂ ਰਹਿਣ ਦਿੱਤਾ। ਜਿੰਨੀਆਂ ਵਡਿਆਈਆਂ ਗੁਰੂ ਨਾਨਕ ਦੀਆਂ ਓਨੀਆਂ ਹੀ ਵਡਿਆਈਆਂ ਗੁਰੂ ਅੰਗਦ ਦੀਆਂ, ਕਿਉਂਕਿ ਸਰੀਰ ਬਦਲਿਆ ਹੈ, ਅੰਦਰ ਦੀਆਂ ਵਡਿਆਈਆਂ ਤੇ ਅੰਦਰ ਦੀ ਜੋਤ ਜੁਗਤ ਨਹੀਂ ਬਦਲੀ ਹੈ। ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਕਾਇਆ ਜ਼ਰੂਰ ਅੱਗੇ ਤੋਂ ਅੱਗੇ ਪਲਟਦੀ ਰਹੀ ਹੈ। ਭਾਈ ਗੁਰਦਾਸ ਸਾਹਿਬ ਨੇ ਵੀ ਕਿਹਾ ਹੈ ਕਿ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰ ਵਾਰ। ਕਾਇਆ ਪਲਟਦੀ ਰਹੀ ਕਿਉਂਕਿ ਕਾਇਆ ਦੀ ਇੱਕ ਉਮਰ ਹੈ, ਸਰੀਰ ਦੀ ਇੱਕ ਉਮਰ ਹੈ, ਜੋਤ ਦੀ ਕੋਈ ਉਮਰ ਨਹੀਂ ਹੈ। ਜੋਤ ਪਰਮੇਸ਼ਰ ਦੀ ਅੰਸ਼ ਹੈ, ਔਰ ਉਹ ਜੋਤ ਗੁਰੂ ਨਾਨਕ ਦੇ ਰੂਪ 'ਚ ਸੰਸਾਰ ਅੰਦਰ ਪ੍ਰਗਟ ਹੋਈ। ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਅੱਜ ਵੀ ਉਹ ਜੋਤ ਹਾਜ਼ਰ ਨਾਜ਼ਰ ਹੈ, ਅੱਜ ਵੀ ਉਹ ਪ੍ਰਤੱਖ ਜੋਤ ਮੌਜੂਦ ਹੈ। ਸਮੇਂ ਸਮੇਂ 'ਤੇ ਸਰੀਰ ਬਦਲੇ, ਕਿਉਂਕਿ ਸਰੀਰਾਂ ਦੀ ਇੱਕ ਅਰਬਲਾ ਹੈ, ਸਰੀਰਾਂ ਦਾ ਇੱਕ ਸਮਾਂ ਹੈ। ਇਹ ਪੰਜ ਭੂਤਕ ਤੱਤਾਂ ਦਾ ਬਣਿਆ ਹੋਇਆ ਸਰੀਰ ਹੈ, ਇਹਦਾ ਜਨਮ ਵੀ ਹੈ, ਇਹਦੇ 'ਤੇ ਜਵਾਨੀ, ਬਚਪਨ, ਬੁਢਾਪਾ, ਇਹ ਸਮਾਂ ਆਉਂਦਾ ਹੈ, ਔਰ ਇੱਕ ਦਿਨ ਇਹ ਸਰੀਰ ਨੇ, ਇਸ ਸਰੀਰ ਦਾ ਅੰਤ ਵੀ ਹੋਣਾ। ਉਹ ਜਿਹੜਾ ਸਰੀਰ ਸੀ ਪੰਜ ਭੂਤਕ ਗੁਰੂ ਸਾਹਿਬਾਨਾਂ ਦਾ ਸਰੀਰ, ਉਹਦਾ ਵੀ ਇੱਕ ਦਿਨ ਅੰਤ ਹੁੰਦਾ ਰਿਹਾ। ਤੇ ਵੇਖੋ ਅੱਜ ਭਾਵੇਂ ਗ੍ਰੰਥ ਰੂਪ ਦੇ ਵਿੱਚ, ਗ੍ਰੰਥ ਸਰੀਰ ਦੇ ਵਿੱਚ ਜੋਤ ਵਰਤ ਰਹੀ ਹੈ, ਸ਼ਬਦ ਵਰਤ ਰਿਹਾ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉਹ ਵੀ ਪੁਰਾਣੇ ਹੁੰਦੇ ਹਨ, ਬਿਰਧ ਸਰੂਪ ਹੁੰਦੇ ਹਨ, ਉਹਨਾਂ ਦੀ ਫਿਰ ਸੇਵਾ ਕਰਕੇ ਤੇ ਅੱਗੇ ਨਵੇਂ ਸਰੂਪ ਲਿਆਂਦੇ ਜਾਂਦੇ, ਕਿਉਂਕਿ ਇਹ ਇੱਕ ਕਾਇਆ ਹੈ, ਅੰਦਰ ਵਰਤ ਰਹੀ ਹੈ ਸ਼ਬਦ ਜੋਤ, ਬਾਣੀ ਜੋਤ, ਰੱਬੀ ਜੋਤ, ਜਿਹੜੀ ਜੋਤ ਕਦੇ ਖਤਮ ਹੋਣ ਵਾਲੀ ਨਹੀਂ ਹੈ, ਜੋਤ ਕਦੇ ਮੁੱਕਣ ਵਾਲੀ ਨਹੀਂ ਹੈ, ਉਹ ਜੋਤ ਜੁਗੋ ਜੁਗ ਅਟਲ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜ਼ਾਲਮਾਂ ਨੇ ਤੱਤੀ ਤਵੀ 'ਤੇ ਬਿਠਾਇਆ, ਉਬਲਦੀ ਦੇਗ 'ਚ ਉਬਾਲਿਆ, ਸ਼ਹੀਦ ਕਰ ਦਿੱਤਾ। ਹੁਣ ਸਰੀਰ ਖਤਮ ਹੋ ਗਿਆ, ਪਰ ਗੁਰੂ ਥੋੜ੍ਹਾ ਖਤਮ ਹੋਇਆ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜ਼ਾਲਮਾਂ ਨੇ ਸਿਰ ਧੜ ਤੋਂ ਵੱਖ ਕਰ ਦਿੱਤਾ,
ਸਰੀਰ ਖਤਮ ਹੋਇਆ ਪਰ ਗੁਰੂ ਥੋੜਾ ਖਤਮ ਹੋਇਆ, ਗੁਰੂ ਤੇ ਫੇਰ ਵਰਤਦਾ ਪਿਆ ਹੈ। ਉਸੇ ਤਰ੍ਹਾਂ ਸਤਿਗੁਰ ਮੇਰਾ ਸਦਾ ਸਦਾ, ਨਾ ਆਵੈ ਨਾ ਜਾਏ, ਉਹ ਅਬਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਸੋ ਗੁਰੂ ਨਾਨਕ ਮਹਾਰਾਜ ਉਹਨਾਂ ਨੇ ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ, ਪ੍ਰਤੱਖ ਅੱਜ ਦੇ ਦਿਨ ਕਰਕੇ ਵਿਖਾਇਆ ਜਦੋਂ ਭਾਈ ਲਹਿਣੇ ਨੂੰ ਉਹਨਾਂ ਨੇ ਆਪਣਾ ਹੀ ਰੂਪ ਬਣਾ ਲਿਆ। ਇਹਦਾ ਹੁਣ ਦੂਜਾ ਪੱਖ ਵੀ ਕਬੀਰ ਸਾਹਿਬ ਨੇ ਸਾਡੇ ਸਾਹਮਣੇ ਰੱਖਿਆ। ਕਹਿੰਦੇ ਚੰਦਨ 'ਚ ਤੇ ਗੁਣ ਹੈ, ਸੁਗੰਧੀ ਵੰਡ ਰਿਹਾ ਹੈ। ਗੁਰੂ ਤੇ ਬਖਸ਼ਿਸ਼ਾਂ ਰਹਿਮਤਾਂ ਕਰਕੇ ਵਡਿਆਈ ਬਖਸ਼ਦੇ ਹਨ, ਪਰ ਹੋ ਸਕਦਾ ਹੈ ਨੇੜੇ ਰਹਿਣ ਵਾਲੇ ਸਿੱਖ ਦੇ ਅੰਦਰ ਹੀ ਕੋਈ ਘਾਟ ਹੋਵੇ, ਪ੍ਰਾਣੀ ਅੰਦਰ ਹੀ ਕੋਈ ਘਾਟ ਹੋਵੇ, ਜਿਹੜਾ ਗੁਰੂ ਕੋਲ ਰਹਿ ਕੇ ਵੀ ਗੁਰੂ ਦੀ ਬਖਸ਼ਿਸ਼ ਰਹਿਮਤ ਖੁਸ਼ੀ ਪ੍ਰਾਪਤ ਨਾ ਕਰ ਸਕੇ। ਜਿਵੇਂ ਮੀਂਹ ਪੈਂਦਾ ਹੈ, ਪਾਣੀ ਦੇ ਨਾਲ ਸਭ ਚੀਜ਼ਾਂ ਭਰ ਜਾਂਦੀਆਂ ਹਨ, ਪਰ ਜੇ ਕਿਸੇ ਬਰਤਨ ਦਾ ਮੂੰਹ ਸਿੱਧਾ ਹੈ, ਜੇ ਬਰਤਨ ਦਾ ਮੂੰਹ ਸਿੱਧਾ, ਭਾਂਡਾ ਸਿੱਧਾ ਪਿਆ ਹੈ, ਮੀਂਹ ਪੈਂਦਾ ਉਹ ਪਾਣੀ ਦੇ ਨਾਲ ਭਰ ਗਿਆ, ਤੇ ਜਿਹੜਾ ਬਰਤਨ ਉਲਟਾ ਕਰਕੇ ਮੂਧਾ ਮਾਰ ਕੇ ਰੱਖਿਆ ਪਿਆ ਹੋਏ, ਮੂਧਾ ਵੱਜਿਆ ਹੈ, ਜਿੰਨਾ ਮਰਜ਼ੀ ਮੀਂਹ ਪੈਂਦਾ ਰਹੇ, ਉਹ ਤਾਂ ਫਿਰ ਮੀਂਹ 'ਚ ਵੀ ਖਾਲੀ ਦਾ ਖਾਲੀ। ਗੁਰੂ ਦੀਆਂ ਬਖਸ਼ਿਸ਼ਾਂ ਤਾਂ ਹਮੇਸ਼ਾ ਹੀ ਵਰਤਦੀਆਂ ਨੇ। ਜੇ ਸਾਡੇ ਮਨ ਦਾ ਹੀ ਮੂੰਹ ਮੂਧਾ ਹੈ ਤੇ ਫਿਰ ਗੁਰੂ ਦੀ ਬਖਸ਼ਿਸ਼ ਕਿੱਦਾਂ ਪ੍ਰਾਪਤ ਹੋ ਸਕਦੀ ਹੈ? ਕਬੀਰ ਸਾਹਿਬ ਫਰਮਾਨ ਕਰਦੇ, ਕਹਿੰਦੇ ਕਬੀਰ ਬਾਂਸ ਵਡਾਈ ਬੁੱਢਿਆ, ਇਉਂ ਮਤ ਡੁੱਬੋ ਕੋਏ। ਕਬੀਰ ਸਾਹਿਬ ਕਹਿੰਦੇ ਬਾਂਸ ਵਾਲੇ ਪਾਸੇ ਵੇਖੋ ਲੰਬਾ ਹੈ, ਉੱਚਾ ਹੈ, ਪਰ ਉਹ ਆਪਣੇ ਉੱਚੇ ਲੰਮੇ ਹੋਣ ਦੇ ਹੰਕਾਰ ਦੇ ਵਿੱਚ ਹੀ ਡੁੱਬਿਆ ਰਹਿੰਦਾ ਹੈ। ਇੱਦਾਂ ਨਾ ਡੁੱਬਿਓ, ਕਹਿੰਦੇ ਭਾਵੇਂ ਜਿੱਡੇ ਮਰਜ਼ੀ ਉੱਚੇ ਲੰਮੇ ਵਡਿਆਈਆਂ ਬਾਹਰ ਦੀਆਂ ਜਿੰਨੀਆਂ ਮਰਜ਼ੀ ਸੰਸਾਰ ਦਾ ਮਾਣ ਮਿਲੇ, ਸਨਮਾਨ ਮਿਲੇ, ਧਨ ਮਿਲੇ, ਵਡਿਆਈ ਮਿਲੇ, ਪਰ ਕਦੇ ਹੰਕਾਰ ਨਹੀਂ ਕਰਨਾ। ਇੱਕ ਗੁਰੂ ਕਲਗੀਧਰ ਮਹਾਰਾਜ ਜੀ ਦਾ ਬੜਾ ਪਿਆਰਾ ਉਪਦੇਸ਼ ਹੈ, ਕਹਿੰਦੇ ਧਨ ਕੀਰਤ ਸੁਖ ਰਾਜ ਵਡਾਈ। ਧਨ ਮਿਲੇ, ਕੀਰਤੀ ਮਿਲੇ, ਸੁੱਖ ਮਿਲੇ, ਵਡਿਆਈ ਮਿਲੇ, ਕਿਉਂਕਿ ਆਪਾਂ ਗੁਰੂ ਕੋਲੋਂ ਇਹ ਚੀਜ਼ਾਂ ਮੰਗਦੇ ਹਾਂ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ। ਮਹਾਰਾਜ ਇਹ ਰਹਿਮਤਾਂ ਸਾਡੀ ਝੋਲੀ 'ਚ ਪਾਓ, ਗੁਰੂ ਰਹਿਮਤ ਕਰਨ, ਦਾਤਾਂ ਸਾਡੀ ਝੋਲੀ 'ਚ ਪੈ ਜਾਣ। ਇਹ ਨਹੀਂ ਕਿ ਹੁਣ ਦਾਤ ਮਿਲ ਗਈ ਤੇ ਹੰਕਾਰੀ ਹੋ ਗਏ। ਦਸਮ ਪਾਤਸ਼ਾਹ ਜੀ ਕਹਿੰਦੇ ਧਨ ਕੀਰਤ ਸੁਖ ਰਾਜ ਵਡਾਈ, ਜੁਗਤੀ ਸੁਤ ਕੰਨਿਆ ਬਹੁ ਭਾਈ, ਇਹ ਸਭ ਦਾਤ ਗੁਰੂ ਕੀ ਜਾਣੈ, ਤਾਂ ਤੇ ਨ ਅਭਿਮਾਨੈ ਠਾਨੈ। ਇਹ ਸਭ ਦਾਤਾਂ ਉਸ ਦਾਤੇ ਦੀਆਂ ਮੰਨਣੀਆਂ ਹਨ। ਔਰ ਗਾਵੈ ਕੋ ਦਾਤ ਜਾਣੈ ਨਿਸ਼ਾਨ, ਉਹਦੀਆਂ ਬਖਸ਼ਿਸ਼ਾਂ ਦੀ ਨਿਸ਼ਾਨੀ ਸਮਝ ਕੇ ਉਹਦਾ ਸ਼ੁਕਰਾਨਾ ਕਰਨਾ। ਦਾਤ ਦਾ ਹੰਕਾਰ ਮਨ 'ਚ ਰੱਖ ਕੇ ਨਹੀਂ ਬਹਿ ਜਾਣਾ ਹੈ। ਜਿਹੜਾ ਮਰਜੀ ਸੁੱਖ ਮਿਲੇ, ਕਬੀਰ ਸਾਹਿਬ ਕਹਿੰਦੇ ਬਾਂਸ ਵੱਲ ਵੇਖੋ, ਉੱਚਾ ਹੈ, ਲੰਮਾ ਹੈ, ਪਰ ਉੱਚੇ ਲੰਮੇ ਹੋਣ ਦੇ ਮਾਣ ਕਰਕੇ ਉਹ ਡੁੱਬ ਗਿਆ। ਇੱਦਾਂ ਨਹੀਂ ਡੁੱਬਣਾ ਹੈ। ਚੰਦਨ ਕੈ ਨਿਕਟੈ ਬਸੇ, ਬਾਂਸ ਸੁਗੰਧ ਨਾ ਹੋਏ। ਕਹਿੰਦੇ ਚੰਦਨ ਸਭ ਨੂੰ ਸੁਗੰਧੀ ਵੰਡ ਰਿਹਾ, ਵਰਤਾ ਰਿਹਾ ਹੈ। ਬਾਂਸ ਦਾ ਦਰਖਤ ਚੰਦਨ ਦੇ ਬਿਲਕੁਲ ਨੇੜੇ ਹੈ, ਬਿਲਕੁਲ ਕੋਲ ਹੈ, ਪਰ ਉੱਚੇ ਲੰਮੇ ਹੋਣ ਦਾ ਹੰਕਾਰ, ਅੰਦਰ ਦਾ ਖੋਖਲਾਪਨ। ਉੱਚਾ ਲੰਮਾ ਬੜਾ ਹੈ ਪਰ ਅੰਦਰੋਂ ਖਾਲੀ ਹੈ, ਕੁਝ ਨਹੀਂ ਅੰਦਰ। ਤੇ ਚੰਦਨ ਦੇ ਕੋਲ ਰਹਿ ਕੇ ਵੀ ਚੰਦਨ ਦੀ ਸੁਗੰਧੀ ਪ੍ਰਾਪਤ ਨਹੀਂ ਕਰ ਪਾਉਂਦਾ, ਰਹਿ ਜਾਂਦਾ ਹੈ ਸੁਗੰਧੀ ਤੋਂ ਬਿਨਾਂ ਹੀ, ਖਾਲੀ ਦਾ ਖਾਲੀ। ਬਾਕੀ ਸਭ ਨੇ ਸੁਗੰਧੀ ਪ੍ਰਾਪਤ ਕੀਤੀ, ਪਰ ਚੰਦਨ ਸੁਗੰਧੀ ਨਹੀਂ ਲੈ ਸਕਿਆ। ਚੰਦਨ ਸੁਗੰਧੀ ਤੋਂ ਵਿਹੂਣਾ ਰਹਿ ਗਿਆ, ਬਾਂਸ ਸੁਗੰਧੀ ਤੋਂ ਵਿਹੂਣਾ ਰਹਿ ਗਿਆ। ਉੱਚੇ ਲੰਮੇ ਹੋਣ ਦਾ ਹੰਕਾਰ, ਅੰਦਰ ਦਾ ਖੋਖਲਾਪਨ। ਕਬੀਰ ਸਾਹਿਬ ਕਹਿੰਦੇ ਸਾਡੀ ਬਿਰਤੀ ਬਾਂਸ ਵਰਗੀ ਨਹੀਂ ਹੋਣੀ ਚਾਹੀਦੀ। ਜੇ ਬਾਂਸ ਵਰਗੇ ਹੋਵਾਂਗੇ, ਗੁਰੂ ਕੋਲ ਆ ਕੇ ਵੀ ਗੁਰੂ ਦੀਆਂ ਰਹਿਮਤਾਂ, ਖੁਸ਼ੀਆਂ, ਬਖਸ਼ਿਸ਼ਾਂ ਨਹੀਂ ਪ੍ਰਾਪਤ ਕਰ ਸਕਦੇ ਹਾਂ। ਔਰ ਹੋਰ ਵੀ ਵੈਸੇ ਬਾਣੀ 'ਚ ਸਤਿਗੁਰੂ ਨੇ ਇੱਦਾਂ ਦੀਆਂ ਕਈ ਉਦਾਹਰਨਾਂ ਦਿੱਤੀਆਂ ਨੇ। ਮਹਾਰਾਜ ਨੇ ਜੋਕ ਦੀ ਉਦਾਹਰਣ ਦਿੱਤੀ ਕਿ ਪਸ਼ੂ ਦੇ ਥਣ 'ਤੇ ਲੱਗ ਕੇ ਵੀ ਉਹ ਦੁੱਧ ਨਹੀਂ ਪੀ ਪਾਉਂਦੀ ਹੈ, ਕੇਵਲ ਖੂਨ ਹੀ ਚੂਸਦੀ ਰਹਿੰਦੀ ਹੈ। ਕਮਲ ਦੇ ਫੁੱਲ ਦੇ ਨੇੜੇ ਹੈ ਡੱਡੂ, ਨੇੜੇ ਰਹਿ ਕੇ ਵੀ ਕਮਲ ਦੇ ਫੁੱਲ ਦੀ ਸੁਗੰਧੀ ਦਾ ਆਨੰਦ ਨਹੀਂ ਮਾਣ ਪਾਉਂਦਾ ਹੈ। ਭੌਰਾ ਦੂਰੋਂ ਆ ਕੇ ਵੀ ਸੁਗੰਧੀ ਦਾ ਰਸ ਮਾਣ ਲੈਂਦਾ ਹੈ, ਕੋਲ ਰਹਿ ਕੇ ਵੀ ਸੁਗੰਧੀ ਤੋਂ ਖਾਲੀ ਰਹਿ ਜਾਂਦਾ। ਪਾਨਾ ਵਾੜੀ ਹੋਏ ਘਰ,
खर सार न जाणै, रसिया होवै मुश्क का तो फूल पछाणै। कहते गधे दे घर च फुलवाड़ी सोहणे सोहणे फुੱਲ भी होण, वो कदर कोई नहीं जानदा, पैरां दे नाल सारा कुछ लताड़ सुੱਟਦਾ है, क्योंकि फुੱਲਾਂ दी कदर तां फुੱਲਾਂ दा रसिया ही जानदा है। सो ये जड़ियाँ उल्टियां बिरतियां ने ये धारण नहीं करनियां, चंगी भौरे वाली बिरती बना के ते गुरु दे घरों दरों गुरु दियां बख्शिशां दा रस ते आनंद जीवन च लैना है। अगे कबीर साहब फरमान करते हैं, कबीर दीन गवाया दुनी स्यों, दुनी ना चाली साथ। दुनिया की खातर बंदे ने दीन भुला दिता। दीन का भाव है धर्म। वैसे गुरबाणी च दीन शब्द होर अर्थां च भी आया है। दीन दर्द निवार ठाकुर राखै जन की आप। दीन का मतलब उत्थे है गरीब निमाणा। दीन का अर्थ ईमान भी है, बंदा दीन ईमान का पक्का होवे, ये शब्द भी आपां वरतते हैं। कबीर साहब कहते दीन गवाया दुनी स्यों, ईमान गवा दिता, धर्म गवा दिता। कादी खातर? दुनिया की खातर, संसार खातर इन्हें धर्म त्याग दिता। पर जिन्हां दी खातर धर्म छड्डिया सी, वो दुनिया एक कदम भी इहदे नाल नहीं तुरी और नहीं तुरदी है। जिथे जिथे धर्म ने, गुरु दी बाणी ने साडा साथ देना, उत्थे दुनिया साथ कोई नहीं दे सकती है। बल्कि महाराज तो इत्थों तक सानू समझाउंदे ने कि जदों समा विपता दा बनदा है तो जिन्हां ते सानू बड़ी टेक हुंदी है, वो तो मिंटां सकिंटां च ही मूँह मोड़ जाते हैं। मित्र भी वो व्यवहार करते हैं जिद्दां मित्र ना होण दुश्मन होण। जिहड़ियां गल्लां दुश्मनां ते लागू हुंदियां हन, वो सारा कुछ मित्र करते हैं। फिर मित्र ते दुश्मन च कोई फर्क नहीं रहिंदा। कदों? जदों विपता बनती है, औखा समा बनता है। आपां गुरु के बचन पढ़ते हाँ, जां को मुश्किल अत बनै ढोई कोई ना दे, लागू होए दुश्मना साख पी भज खले। हुण भाई जेठे दा जीवन जदों आपां पढ़ीए, गरीबी दा समा, ते जिन्ने बरादरी वाले सन, शरीके वाले सन, सारियां ने मूँह मोड़ लिया। अनाथ सन, माँ प्यो दा सहारा कोई नहीं सी, ते जिन्हां दा फर्ज बनदा सी छोटे जे बच्चे नूं सहारा देना, उन्हां ने कदे रोटी टुक भी ना पुछया। लागू होए दुश्मना साक पी भज खले, सबो भजे आसरा चूकै सब असराओ। महाराज कहते तू चिंता ना कर, बेशक इदां दा समा आन बने, सारे ही भज जान, सारे ही तेरा साथ छड्ड देण, पर एक सहारा ऐसा भी है जदों वो सहारा उदों भी तेरे नाल रहेगा जदों कोई होर दूजा सहारा तेरे कोल ना होया। सबो भजे आसरा चूकै सब असराओ, चित आवै उस पार ब्रह्म लगै ना तत्ती वाओ। जे मालक चेते है तो कोई तत्ती वाह तेनू छू नहीं सकती। जे मालक वल है तो संसार नाल है, नहीं नाल है, इहदे नाल कोई फर्क नहीं पैंदा, क्योंकि जिस दा तू रखवाला मारे तिस कौन। जिदा सहारा विच करता पुरख खलोआ, वाल ना विंगा होवा, जिसके सिर ऊपर तू स्वामी, सो दुख कैस। पढ़ते आपां हाँ, पर गल भरोसा करन दी है। तो ये खेड वरतदी भी उन्हां दे उत्ते जे जिन्हां दे मन च भरोसा बज गया है, जिन्हां दे मन च विश्वास है। जिहदे मन च विश्वास ना होवे, वो ते बांस की तरह चंदन दे कोल रह के भी वो खुशी नहीं लै पाउंदा है। खुशी विश्वास की धर्म की है? विश्वास की खेड। परमात्मा की है? विश्वास की खेड। जिहदे मन अंदर विश्वास है उहदे लई परमेश्वर है, तो जिहदे मन अंदर विश्वास ही नहीं है उहदे लई रब की है? उहदा ते सिजदा भी झूठा जिहदे मन च विश्वास। सिख दा गुरु प्रति अथाह विश्वास ते भरोसा यकीन होना चाहिए है। कहते गुरु कलगीधर महाराज सच्चे पातशाह जी नूं पुछया किसी ने, महाराज एक विश्वास करन वाले दी बिरती की हुंदी है ते बेविश्वासीए दी बिरती की है? महाराज कहन लगे जिहड़ा गुरु ते विश्वास करदा होवे वो तर्क नहीं करदा है। गुरु ते ਉਹਦਾ पूरा भरोसा हुंदा है कि गुर परमेश्वर एको जान, गुरु कोई भी कला वरता सकते हैं। तो जिहदे मन च विश्वास ना होवे उहदे मन च सवाल हुंदे ने, तर्क हुंदा है।
ਤੇ ਜਿਹਦੇ ਮਨ 'ਚ ਵੇਖੋ ਬਹੁਤੇ ਸਵਾਲ ਹੋਣ ਨਾ, ਬਹੁਤੇ ਤਰਕ ਹੋਣ, ਬਹੁਤੇ ਸ਼ੰਕੇ ਹੋਣ, ਉਹ ਬੰਦਾ ਸੁਖੀ ਨਹੀਂ ਹੁੰਦਾ ਹੈ। ਉਹ ਬੰਦਾ ਕਦੇ ਸੁੱਖ ਨਹੀਂ ਭੋਗ ਪਾਉਂਦਾ ਹੈ, ਕਿਉਂਕਿ ਅੰਦਰ ਸਵਾਲ ਹੀ ਇੰਨੇ ਹਨ, ਅੰਦਰ ਤਰਕ ਹੀ ਇੰਨੇ ਹਨ। ਆਪਣੇ ਬਸ ਉਹ ਸਵਾਲਾਂ ਦੇ ਵਿੱਚ ਹੀ ਉਲਝਿਆ ਰਹਿੰਦਾ ਹੈ। ਉਹਨਾਂ ਸਵਾਲਾਂ ਤੇ ਸਵਾਲ ਵੀ ਉਹਦੇ ਕੋਲ ਜਿਹੜੇ ਹੁੰਦੇ, ਫਿਰ ਹਰ ਇੱਕ ਦੇ ਕੋਲ ਉਹ ਸਵਾਲ ਲੈ ਕੇ ਜਾਂਦਾ ਹੈ ਤੇ ਉੱਤਰ ਦੇਣ ਵਾਲੇ ਉੱਤਰ ਵੀ ਦਿੰਦੇ ਹਨ, ਪਰ ਉਹਦੇ ਮਨ ਦੀ ਤਸੱਲੀ ਨਹੀਂ ਹੁੰਦੀ। ਕਿਉਂ ਤਸੱਲੀ ਨਹੀਂ ਹੁੰਦੀ? ਕਈ ਵਾਰ ਅਸੀਂ ਉੱਤਰ ਉਹ ਸੁਣਨਾ ਚਾਹੁੰਦੇ ਹਾਂ ਜੋ ਸਾਨੂੰ ਪਤਾ ਹੈ। ਅਸੀਂ ਚਾਹੁੰਦੇ ਦੂਜਾ ਉੱਤਰ ਵੀ ਸਾਡੀ ਮਰਜ਼ੀ ਦਾ ਦੇਵੇ, ਆਪਣੀ ਮਰਜ਼ੀ ਦਾ ਉੱਤਰ ਨਾ ਦੇਵੇ। ਬੜੇ ਲੋਕ ਐਸੇ ਅਕਸਰ ਸਾਨੂੰ ਵੀ ਮਿਲਦੇ ਨੇ, ਗੁਰੂ ਘਰ ਵੀ ਆਉਂਦੇ ਨੇ, ਕਈ ਤਰ੍ਹਾਂ ਦੇ ਸਵਾਲ ਕਰਦੇ ਹਨ। ਪਿੱਛੇ ਜੇ ਜਦੋਂ ਮੈਂ ਸਿੰਗਾਪੁਰ ਸੀ ਤੇ ਇੱਕ ਗੁਰਮੁਖ ਆਇਆ, ਕਹਿਣ ਲੱਗਾ ਜੀ ਕੁਝ ਸਵਾਲ ਨੇ, ਉਹਨਾਂ ਦੇ ਉੱਤਰ ਚਾਹੀਦੇ ਨੇ। ਅਜੇ ਉਹਨੇ ਸਵਾਲ ਨਾ ਕੀਤਾ, ਨਾਲ 2-4 ਗੱਲਾਂ ਉਹਨੇ ਥੋੜ੍ਹੀਆਂ ਹੋਰ ਵਧਾ ਦਿੱਤੀਆਂ। ਕਹਿਣ ਲੱਗਾ ਜੀ ਇਹ ਜਿਹੜੇ ਸਵਾਲ ਨੇ ਇਹ ਮੈਂ ਪਹਿਲਾਂ ਵੀ ਕਈਆਂ ਦੇ ਕੋਲ ਕੀਤੇ ਨੇ। ਮੈਂ ਪੁੱਛਿਆ ਕਿਹਦੇ ਕੋਲ ਪਹਿਲਾਂ ਕੀਤੇ ਹਨ? ਤੇ ਸਭ ਤੋਂ ਪਹਿਲੇ ਨੰਬਰ 'ਤੇ ਹੀ ਉਹਨੇ ਕਿਹਾ ਜੀ ਗਿਆਨੀ ਪਿੰਦਰਪਾਲ ਜੀ ਦੇ ਕੋਲ ਵੀ ਇਹ ਸਵਾਲ ਕੀਤੇ ਸਨ। ਮੈਂ ਕਿਹਾ ਭਾਈ ਉਹਨਾਂ ਫਿਰ ਉੱਤਰ ਵੀ ਦਿੱਤੇ ਹੋਣਗੇ? ਕਹਿਣ ਲੱਗਾ ਹਾਂ ਦਿੱਤੇ ਸਨ ਉੱਤਰ। ਫਿਰ ਮੈਂ ਕਿਹਾ ਫਿਰ ਮੇਰੇ ਕੋਲ ਸਵਾਲ ਨਾ ਕਰਨਾ। ਜੇ ਤੁਹਾਡੀ ਗਿਆਨੀ ਪਿੰਦਰਪਾਲ ਸਿੰਘ ਉੱਤਰ ਦੇ ਕੇ ਤਸੱਲੀ ਨਹੀਂ ਕਰਵਾ ਸਕੇ ਤੇ ਗਿਆਨੀ ਪਵਿੱਤਰਪਾਲ ਨੇ ਤਸੱਲੀ ਕਿੱਥੋਂ ਕਰਵਾਉਣੀ ਹੈ? ਪਰ ਕਿਉਂਕਿ ਕਈਆਂ ਦੇ ਮਨ 'ਚ ਉਹ ਸਵਾਲ ਇੱਦਾਂ ਬੈਠੇ ਹੁੰਦੇ ਹਨ, ਜਿੰਨੀ ਦੇਰ ਤੱਕ ਉਹ ਦੂਜੇ ਸਾਹਮਣੇ ਸਵਾਲ ਕਹਿ ਨਾ ਦੇਣ ਆਪਣੀ ਤਸੱਲੀ ਨਹੀਂ ਹੁੰਦੀ, ਤੇ ਬਸ ਉਹ ਆਪਣੇ ਸਵਾਲਾਂ ਦੇ ਵਿੱਚ ਹੀ ਉਲਝੇ ਰਹਿੰਦੇ ਨੇ। ਕੀਰਤਨ ਹੁੰਦਾ ਹੋਵੇ, ਕਥਾ ਹੋ ਰਹੀ ਹੋਵੇ, ਬੈਠੇ ਹੋਣਗੇ ਸੰਗਤ 'ਚ ਪਰ ਸੁਣ ਨਹੀਂ ਰਹੇ ਹੋਣਗੇ, ਕਿਉਂਕਿ ਉਹ ਬੈਠੇ ਇਸ ਕਰਕੇ ਨੇ ਕਿ ਕਦੋਂ ਕਥਾ ਕੀਰਤਨ ਕਰਕੇ ਉੱਠਣ ਤੇ ਕਦੋਂ ਅਸੀਂ ਆਪਣੇ ਸਵਾਲ ਅੱਗੇ ਦਾਗੀਏ। ਉਹਨਾਂ ਦਾ ਧਿਆਨ ਉਹਦੇ 'ਚ ਹੀ ਹੁੰਦਾ ਹੈ। ਧੰਨ ਗੁਰੂ ਕਲਗੀਧਰ ਮਹਾਰਾਜ ਨੂੰ ਪੁੱਛਿਆ, ਮਹਾਰਾਜ ਇੱਕ ਭਰੋਸੇ ਵਾਲੇ ਤੇ ਬੇਪਰਤੀਤੇ 'ਚ ਕੀ ਫਰਕ ਹੈ? ਮਹਾਰਾਜ ਕਹਿੰਦੇ ਜਿਹਦੇ ਮਨ 'ਚ ਭਰੋਸਾ ਉਹ ਤੇ ਫਿਰ ਕੋਈ ਸ਼ੰਕਾ ਹੀ ਨਹੀਂ ਹੈ, ਉਹ ਤੇ ਬਸ ਅੱਖਾਂ ਬੰਦ ਕਰਕੇ ਭਰੋਸਾ ਕਰਦਾ ਹੈ, ਵਿਸ਼ਵਾਸ ਕਰਦਾ। ਇੱਕ ਸਿਆਣੇ ਵਿਦਵਾਨ ਨੇ ਲਿਖਿਆ ਭਰੋਸਾ ਜਾਂ ਵਿਸ਼ਵਾਸ ਦੀ ਗੱਲ ਕਰਦਿਆਂ ਉਹ ਕਹਿੰਦਾ ਵਿਸ਼ਵਾਸ ਅੰਨਾ ਹੀ ਹੁੰਦਾ ਹੈ, ਪਰ ਧਿਆਨ ਇਹ ਰੱਖਣਾ ਹੈ ਕਿ ਅੰਨੇ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ। ਵਿਸ਼ਵਾਸ ਤਾਂ ਅੰਧਾ ਹੀ ਹੈ, ਪਰ ਅੰਧੇ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ। ਜਦੋਂ ਅੰਧੇ ਤੇ ਬੰਦਾ ਵਿਸ਼ਵਾਸ ਕਰਦਾ ਫਿਰ ਠੋਕਰਾਂ ਜ਼ਰੂਰ ਖਾਂਦਾ ਹੈ, ਜਿਹਨੂੰ ਮਹਾਰਾਜ ਕਹਿੰਦੇ ਹਨ ਅੰਧੇ ਕਹਿ ਰਾਹ ਦੱਸਿਆ, ਅੰਧਾ ਹੋਏ ਸੋ ਜਾਏ, ਹੋਏ ਸੁਜਾਖਾ ਨਾਨਕਾ ਸੋ ਕੇ ਉੱਜੜ ਪਾਏ। ਮਹਾਰਾਜ ਨੇ ਕਿਹਾ ਜੇ ਵਿਸ਼ਵਾਸ ਤੇ ਬੇਵਿਸ਼ਵਾਸ ਨੂੰ ਜਾਣਨਾ ਹੈ, ਬਾਹਰ 2 ਸਿੱਖ ਬੈਠੇ ਨੇ, ਉਹਨਾਂ ਨੂੰ ਜਾ ਕੇ ਕਹਿ ਦੇਣਾ ਕਿ ਗੁਰੂ ਨੇ ਸੂਈ ਦੇ ਨੱਕੇ ਦੇ ਵਿੱਚੋਂ ਹਾਥੀ ਲੰਘਾ ਦਿੱਤਾ ਹੈ, ਆਪੇ ਪਤਾ ਲੱਗ ਜਾਏਗਾ। ਇੱਕ ਵਿਸ਼ਵਾਸ ਵਾਲੇ ਤੇ ਬੇਵਿਸ਼ਵਾਸ ਵਾਲੇ 'ਚ ਕੀ ਫਰਕ ਹੁੰਦਾ ਹੈ। ਇਹ ਚਰਚਾ ਅੰਦਰ ਚੱਲ ਰਹੀ ਸੀ, ਉਹ 2 ਸਿੱਖ ਬਾਹਰ ਸਨ। ਉਹ ਗਿਆ ਬਾਹਰ ਜਾ ਕੇ ਦੱਸਿਆ, ਕਹਿਣ ਲੱਗਾ ਭਾਈ ਅੰਦਰ ਤਾਂ ਕਮਾਲ ਹੋ ਗਈ, ਅੰਦਰ ਤੇ ਕਿਆ ਕਰਾਮਾਤ ਹੀ ਵਰਤ ਗਈ, ਗਜਬ ਦੀ ਖੇਡ ਵਰਤ ਗਈ। ਗੁਰੂ ਕਲਗੀਧਰ ਮਹਾਰਾਜ ਨੇ ਤੇ ਸੂਈ ਦੇ ਨੱਕੇ ਦੇ ਵਿੱਚੋਂ ਹਾਥੀ ਲੰਘਾ ਦਿੱਤਾ ਹੈ। ਤੇ ਜਿਹੜਾ ਤਰਕਵਾਦੀ ਬਿਰਤੀ ਵਾਲਾ ਸੀ ਕਹਿਣ ਲੱਗਾ ਇਦਾਂ ਵੀ ਹੋ ਸਕਦਾ ਹੈ, ਕਦੇ ਸੂਈਆਂ ਦੇ ਨੱਕਿਆਂ 'ਚੋਂ ਵੀ ਤਾਂ ਹਾਥੀ ਲੰਘਦੇ ਹਨ। ਤੇ ਜਿਹੜਾ ਭਰੋਸੇ ਵਾਲਾ ਸੀ ਕਹਿਣ ਲੱਗਾ ਉਹ ਸਰਬ ਕਲਾ ਸਮਰੱਥ ਨੇ, ਕੁਝ ਵੀ ਕਰ ਸਕਦੇ ਹਨ, ਉਹਨਾਂ ਦੇ ਲਈ ਕੋਈ ਵੱਡੀ ਗੱਲ ਨਹੀਂ। ਬਸ ਇਹੀ ਹੈ ਜਿਹਦੇ ਮਨ 'ਚ ਭਰੋਸਾ, ਉਹ ਕਹਿੰਦਾ ਗੁਰੂ ਸਰਬ ਕਲਾ ਸਮਰੱਥ, ਕੁਝ ਵੀ ਕਰ ਸਕਦੇ ਹਨ। ਉਹ ਤੇ ਇੱਕ ਖਿੰਨ ਦੇ ਵਿੱਚ ਪਸ਼ੂ ਪ੍ਰੇਤੋਂ ਦੇਵ ਕਰੇ, ਪਸ਼ੂ ਪ੍ਰੇਤੋਂ ਦੇਵ ਕਰੇ, ਗੁਰੂ ਇੱਕ ਖਿੰਨ ਦੇ ਵਿੱਚ ਕਲਾ ਵਰਤਾ ਸਕਦੇ ਨੇ। ਤੇ ਜਿਹਦੇ ਮਨ 'ਚ ਭਰੋਸਾ ਨਹੀਂ ਹੈ ਉਹ ਤੇ ਕਵੇਗਾ ਨਾ ਠੱਗ ਕਿੱਦਾਂ ਸੱਜਣ ਬਣ ਸਕਦਾ ਹੈ, ਰਾਖਸ਼ ਥੋੜਾ ਧਰਮੀ ਬਣ ਸਕਦਾ ਹੈ, ਕਿਉਂਕਿ ਆਪਣੇ ਮਨ ਅੰਦਰ ਉਹ ਭਰੋਸਾ ਨਹੀਂ ਹੈ। ਤੇ ਆਪਣੇ ਮਨ ਦਾ ਜਿਹੜਾ ਉਹ ਬੇਭਰੋਸੇ ਵਾਲਾ ਸੁਭਾਅ ਹੈ, ਉਹਦਾ ਕਰਕੇ ਉਹਨੂੰ ਗੁਰੂ ਵੀ ਛੋਟਾ ਲੱਗਦਾ ਹੈ। ਬਿਰਤੀ ਆਪਣੀ ਛੋਟੀ ਹੁੰਦੀ ਹੈ, ਵੇਂਦਾ ਬੰਦਾ ਗੁਰੂ ਨੂੰ ਛੋਟੇ ਨਜ਼ਰੀਏ ਦੇ ਨਾਲ ਹੈ। ਕਬੀਰ ਸਾਹਿਬ ਕਹਿੰਦੇ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ। ਦੁਨੀਆ ਦੀ ਖਾਤਰ ਬੰਦੇ ਨੇ ਦੀਨ ਗਵਾ ਦਿੱਤਾ, ਬਿਰਤੀ ਛੋਟੀ ਸੀ, ਭਰੋਸਾ ਨਹੀਂ ਸੀ ਧਰਮ ਵਾਲੇ ਪਾਸੇ ਪੂਰਾ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ, ਤੇ ਹੋਇਆ ਕਿ ਕਿਸੇ ਦੂਜੇ ਦਾ ਨੁਕਸਾਨ ਨਹੀਂ। ਕਹਿੰਦੇ ਗਾਫਲ ਨੇ, ਕਮਲੇ ਨੇ ਆਪਣੇ ਪੈਰਾਂ ਤੇ
ਆਪੋ ਹੀ ਕੁਹਾੜਾ ਮਾਰ ਲਿਆ। ਇਸ ਸ਼ਲੋਕ ਸੰਬੰਧੀ ਕੁਝ ਵਿਚਾਰਾਂ ਆਪਾਂ ਕੱਲ ਹੋਰ ਸਾਂਝੀਆਂ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ।